ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਨਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਕੇ ਤਿਕ ਦਿਵਸ ਬੀਤ ਗਏ ਤਿਸ ਥਾਨ ਪ੍ਰਗਟ ਹੈ ਜਗ ਮਹਿ ਨਹਿ ਅਧਿਕ ਸ਼੍ਰੀ ਅੰਗਦ ਗੁਣ ਖਾਨ
ਇਸ ਪ੍ਰਕਾਰ ਕੇਤਿਕ ਦਿਵਸ ਬੀਤ ਗਏ ਤਿਸ ਥਾਨ ਪ੍ਰਗਟ ਹੈ ਜਗ ਮਹਿ ਨਹਿ ਅਧਿਕ ਸ਼੍ਰੀ ਅੰਗਦ ਗੁਣ ਖਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਕੇ ਖਜ਼ਾਨੇ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਭਗਤ ਵਛਲ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਹੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਇਹ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਮਹਾਰਾਜ ਦੇ ਦਰਸ਼ਨ ਦੀਦਾਰ ਕਰ ਆਪਣਿਆਂ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਕਥਾ ਸ਼ਰਵਣ ਕਰਨ ਦੇ ਪ੍ਰੇਮੀ ਜਨ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤੀ ਜਸ ਵਡਿਆਈ ਸ਼ਰਵਣ ਕਰਨ ਵਾਸਤੇ ਨਿਤਾ ਪ੍ਰਤੀ ਹਾਜ਼ਰੀਆਂ ਭਰਦੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਰਲ ਮਿਲ ਕਲ ਵਿਚਾਰਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਗੋਇੰਦਵਾਲ ਸਾਹਿਬ ਦਾ ਪਾਵਨ ਪਵਿੱਤਰ ਨਗਰ ਵਸਾਇਆ ਔਰ ਆਪਣੇ ਸਾਖ ਸੰਬੰਧੀ ਆਪਣੇ ਸ਼ਰੀਕੇ ਨੂੰ ਉਸ ਨਗਰ ਵਿੱਚ ਵਸਾਇਆ। ਹੋਰ ਵੀ ਬਾਸਰ ਕੇ ਨਗਰ ਤੋਂ ਇਲਾਵਾ ਪਾਸਿਓਂ ਆਸਿਓਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਤਾਪ ਵੇਖ ਵੇਖ ਕੇ ਉਸ ਨਗਰ ਵਿੱਚ ਸੰਗਤਾਂ ਆਉਣ ਰਹਿਣ ਲੱਗੀਆਂ। ਔਰ ਬੜਾ ਹੀ ਸੁੰਦਰ ਰਮਣੀਕ ਉਹ ਪਾਵਨ ਪਵਿੱਤਰ ਨਗਰ ਹੈ, ਜਿੱਥੇ ਇੱਕ ਪਾਸੇ ਬਿਆਸ ਦਾ ਪਾਵਨ ਪਵਿੱਤਰ ਦਰਿਆ ਵਹਿੰਦਾ ਹੈ। ਇਤਨਾ ਸੁੰਦਰ ਇਲਾਕਾ ਵੇਖ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਤਕਰੀਬਨ ਨਗਰ ਖਾਲਸਾਰੀ ਜਲ ਦੇ ਕਿਨਾਰੇ ਤੇ ਵਸਾਏ ਜਾਂਦੇ। ਹੁਣ ਵਾਲੀਆਂ ਮੌਜਾਂ ਨਹੀਂ ਸਨ। ਜਿੱਥੇ ਕਿਤੇ ਵੀ ਕੋਈ ਪਾਣੀ ਦਾ ਸੁਚੱਜਾ ਪ੍ਰਬੰਧ ਹੁੰਦਾ, ਕੋਈ ਨਦੀ ਨਾਲਾ ਵਗਦਾ, ਉਹਦੇ ਲਾਗੇ ਲਾਗੇ ਜ਼ਿਆਦਾਤਰ ਵਸੋਂ ਹੁੰਦੀ ਰਹੀ ਹੈ। ਇਹੋ ਜਿਹਾ ਨਗਰ ਕਿੱਥੇ ਲੱਭੇ ਜਿੱਥੇ ਬਿਲਕੁਲ ਨਾਲ ਬਿਆਸ ਦਾ ਪਾਵਨ ਪਵਿੱਤਰ ਠੰਡਾ ਮਿੱਠਾ ਜਲ ਵਗਦਾ ਹੈ। ਇਸੇ ਤਰ੍ਹਾਂ ਨਗਰ ਕਾਫੀ ਫਲੀਭੂਤ ਹੋਇਆ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਗੋਇੰਦਵਾਲ ਸਾਹਿਬ ਬੈਠੇ ਹੋਏ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦਾ ਧਿਆਨ ਧਰਦੇ ਹੈ ਔਰ ਇਹ ਇੱਛਾ ਕਰਦੇ ਹਨ ਕਿ ਕਿਤੇ ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਨਗਰ ਵਿੱਚ ਆਉਣ, ਇਸ ਨਗਰ ਨੂੰ ਵਸਿਆ ਵੇਖਣ ਅਤੇ ਆਪਣੇ ਪਾਵਨ ਪਵਿੱਤਰ ਚਰਨ ਪਾ ਕੇ ਨਗਰ ਪਵਿੱਤਰ ਕਰਨ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਮਨ ਦੀ ਜਾਣ ਇੱਥੋਂ ਖਡੂਰ ਸਾਹਿਬ ਤੋਂ ਚੱਲ ਕੇ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਤੇ ਉੱਥੇ ਕਿਸੇ ਨੇ ਜਾ ਦੱਸਿਆ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨਗਰ ਵਿੱਚ ਆਏ ਹੋਏ ਆ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਗੋਂ ਦੀ ਲੈਣ ਗਏ। ਜਾ ਕੇ ਕਿਉਂਕਿ ਰਜੇ ਦੀ ਇੱਛਾ ਪੂਰੀ ਹੋਈ, ਜਦ ਹੱਥ ਜੋੜੇ ਚਰਨੀ ਹੱਥ ਲਾਏ ਮੱਥਾ ਟੇਕਿਆ ਤੇ ਮੂੰਹੋਂ ਕੁਝ ਨਾ ਬੋਲਿਆ ਗਿਆ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਗਲ ਐਨ ਬਾਣੀ ਗਦਗਦ ਹੋ ਗਈ, ਗਲ ਪਰ ਆਇਆ, ਬਸ ਹੱਥ ਜੋੜ ਕੇ ਖੜੇ ਰਹੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਇਹਨਾਂ ਦਾ ਪ੍ਰੇਮ ਵੇਖ ਕੇ ਗਲ ਨਾਲ ਲਾ ਲਿਆ ਸ਼੍ਰੀ ਅਮਰਦਾਸ ਜੀ ਮਹਾਰਾਜ ਨੂੰ, ਚੱਲੋ ਹੁਣ ਸਾਨੂੰ ਨਗਰ ਨਹੀਂ ਵਿਖਾਓਗੇ। ਇਸ ਤਰ੍ਹਾਂ ਫਿਰ ਸਾਰੇ ਉਹ ਘਰ ਬਾਰ ਵਿਖਾਏ, ਨਗਰ ਸਾਰੇ ਦਾ ਮੁਆਇਨਾ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਕੀਤਾ। ਉਸ ਤੋਂ ਬਾਅਦ ਫਿਰ ਬਿਆਸ ਦਰਿਆ ਦੇ ਕਿਨਾਰੇ ਧੰਨ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਜਾ ਬੈਠੇ, ਕੁਝ ਬਚਨ ਬਿਲਾਸ ਹੋਏ। ਇੱਥੋਂ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਮਰਦਾਸ ਜੀ ਨੂੰ ਆਪਣੇ ਨਾਲ ਖਡੂਰ ਸਾਹਿਬ ਲੈ ਆਏ। ਕੁਝ ਸਮਾਂ ਬਤੀਤ ਕੀਤਾ ਔਰ ਸ੍ਰੀ ਅੰਗਦ ਦੇਵ ਜੀ ਮਹਾਰਾਜ ਤੋਂ ਆਗਿਆ ਲੈ ਸ੍ਰੀ ਅਮਰਦਾਸ ਜੀ ਮਹਾਰਾਜ ਫਿਰ ਇੱਥੋਂ ਗੋਇੰਦਵਾਲ ਨੂੰ ਆਏ। ਰੀਤੀ ਉਹੀ ਹੈ, ਜਦੋਂ ਵੀ ਖਡੂਰ ਸਾਹਿਬ ਤੋਂ ਗੋਇੰਦਵਾਲ ਆਉਂਦੇ ਆ 3 ਕੋਹ ਤੀਕਰ ਤਾਂ ਮੋਦਰੀ ਰੱਖਦੇ ਆ ਤੇ ਪਿਛਲੇ ਪਿਆਰੀ ਆਉਂਦੇ, ਮੱਥਾ ਟੇਕ ਕੇ ਅਰਦਾਸ ਕਰਕੇ ਜਦੋਂ 1 ਕੋਹ ਰਹਿ ਜਾਂਦਾ ਗੋਇੰਦਵਾਲ ਸਾਹਿਬ, ਫਿਰ ਮੂੰਹ ਗੋਇੰਦਵਾਲ ਸਾਹਿਬ ਨੂੰ ਕਰ ਲੈਂਦੇ। ਫਿਰ ਇਹ ਰੀਤ, ਇਹ ਸੁਭਾਅ ਬਣਾ ਲਿਆ ਸ਼੍ਰੀ ਅਮਰਦਾਸ ਜੀਆਂ ਨੇ। ਰਾਤ ਕੱਟਦੇ ਸੀ ਗੋਇੰਦਵਾਲ ਸਾਹਿਬ ਤੇ ਤੜਕਾ ਅੰਮ੍ਰਿਤ ਵੇਲਾ ਹੁੰਦਿਆਂ ਸਾਰ ਹੀ ਆਪਣੇ ਕੰਮ ਕਾਜ ਨਵੇੜ ਸੇਵਾ ਕਰਨ ਤੋਂ ਬਾਅਦ ਇੱਥੋਂ 4 ਕੋਹ ਨਿਤ ਖਡੂਰ ਸਾਹਿਬ ਜਾਂਦੇ, ਉੱਥੇ ਮਹਾਰਾਜ ਦੇ ਦਰਸ਼ਨ ਕਰਦੇ। ਦਰਸ਼ਨ ਕਰਨ ਤੋਂ ਬਾਅਦ ਫਿਰ ਵਾਪਸ ਗੋਇੰਦਵਾਲ ਦੀ ਧਰਤੀ ਤੇ ਆ ਜਾਂਦੇ, ਰਾਤ ਇੱਥੇ ਬਤੀਤ ਕਰਦੇ। ਅੱਗੇ ਕਵੀ ਜੀਆਂ ਨੇ ਸ੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਕੁਝ ਦੈਵੀ ਗੁਣਾਂ ਦਾ ਵਰਣਨ ਕੀਤਾ ਹੈ। ਕੈਸੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੇ 18 ਸਿੱਧੀਆਂ 9 ਨਿਧੀਆਂ ਜਿਹੜੀਆਂ ਉਹ ਸੱਜੇ ਖੱਬੇ ਖੜੀਆਂ ਰਹਿੰਦੀਆਂ ਜਾਂ ਦਰਵਾਜ਼ੇ ਤੇ ਖੜੀਆਂ ਰਹਿੰਦੀਆਂ, ਲక్ష్ਮੀ ਹੱਥ ਜੋੜ ਕੇ ਸੇਵਾ ਕਰਦੀ ਦਰਬਾਰ ਦੀ, ਤੇ ਸਾਰੀਆਂ ਕਰਾਮਾਤਾਂ ਦਾ ਸਮੁੰਦਰ ਸਨ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਪਰ ਕਵੀ ਜੀ ਕਹਿੰਦੇ ਏਡੇ ਨਿਰਲੇਪ ਸਨ, ਸੱਚੇ ਪਾਤਸ਼ਾਹ ਜੀਆਂ ਕਦੇ ਵੀ ਸਾਧ ਸੰਗ ਦੀ ਕਰਾਮਾਤ ਨਹੀਂ ਵਿਖਾਈ ਸੀ ਕਿਸੇ ਦੇ ਤਾਈਂ ਵੀ। ਹਾਲਾਂਕਿ ਸਰਬ ਸ਼ਕਤੀਮਾਨ ਸਨ, ਘੜਨ ਵਾਲੇ ਸੰਸਾਰ ਨੂੰ ਵੀ ਉਹੀ ਤੇ ਨਾਸ਼ ਕਰਨ ਭੰਨਣ ਵਾਲੇ ਵੀ ਉਹੀ। ਫਿਰ ਇਸ ਪ੍ਰਕਾਰ ਦੇ ਨਿਰਲੇਪ ਕੇ ਜੇ ਕੋਈ ਵੀ ਬੋਲਦਾ ਆਪਦਾ ਹੈ ਤਾਂ ਪਰਮੇਸ਼ਰ ਦਾ ਸਰੂਪ ਸਨ। ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਆ। ਪਰ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਆਪਦਾ ਆਪ ਛੁਪਾ ਕੇ ਰੱਖਦੇ, ਜਿਵੇਂ ਕੋਈ ਆਮ ਇਨਸਾਨ ਹੋਵੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਐਸਾ ਪ੍ਰਸੰਗ ਆਪ ਸਭ ਸੰਗਤਾਂ ਨੇ ਪਿਛਲੇ ਦੀਵਾਨ ਅੰਦਰ ਸ਼ਰਵਣ ਕੀਤਾ ਹੈ। ਤੋ ਅੱਗੇ ਸਾਧ ਸੰਗਤ ਦੀ ਜੋ ਖਡੂਰ ਦਾ ਇੱਕ ਬੜਾ ਹੰਕਾਰੀ ਤਪਾ, ਜਿਹੜਾ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਤੋਂ ਬੜੀ ਖੁਣ ਸਿਖਾਉਂਦਾ ਸੀ, ਬਹੁਤ ਜਿਹੜਾ ਹੈ ਉਹ ਈਰਖਾ ਕਰਦਾ ਹੈ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ ਵੀ। ਇਹ ਖਡੂਰ ਦਾ ਹੀ ਤਪਾ ਸੀ, ਇਹ ਨਗਰ ਦੇ ਬਾਹਰ ਰਹਿੰਦਾ ਸੀ। ਇਹ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਜੀ ਇੱਥੋਂ ਚਲੇ ਜਾਣ। ਬੜੀ ਦੂਰੋਂ ਦੂਰੋਂ ਸੰਗਤਾਂ ਆ ਕੇ ਇਹਨਾਂ ਨੂੰ ਮੱਥਾ ਟੇਕਦੀਆਂ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦੀਆਂ ਹਨ। ਇਹ ਆਪਦੀ ਪੂਜਾ ਪ੍ਰਤਿਸ਼ਠਾ ਕਰਾਉਣ ਦਾ ਬਹੁਤ ਇੱਛਾ ਰੱਖਦਾ ਸੀ ਅਤੇ ਮਹਾਰਾਜ ਨੂੰ ਖਡੂਰ ਦੀ ਧਰਤੀ ਤੇ ਵੇਖ ਨਹੀਂ ਸੀ ਸਿਖਾਉਂਦਾ। ਉਹਨਾਂ ਵਿੱਚੋਂ ਇਹ ਹੈ ਜਿਨ੍ਹਾਂ ਨੂੰ ਕਈਆਂ ਨੂੰ ਗੁਰੂ ਘਰ ਦਾ ਪ੍ਰਤਾਪ ਚੰਗਾ ਨਹੀਂ ਲੱਗਦਾ। ਇਸ ਤਪੇ ਪਾਪੀ ਦਾ ਪ੍ਰਸੰਗ ਜਥਾ ਅੱਗੇ ਆ ਰਿਹਾ ਹੈ। ਕਿਵੇਂ ਇਹਨੇ ਫਿਰ ਵਿਉਂਤ ਬਣਾ ਕੇ ਖਡੂਰ ਦੇ ਜੱਟਾਂ ਜ਼ਿਮੀਂਦਾਰਾਂ ਦੇ ਨਾਲ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਖਡੂਰ ਸਾਹਿਬ ਤੋਂ ਕਢਵਾਇਆ ਸੀ, ਉਹ ਸਾਰਾ ਪ੍ਰਸੰਗ ਖਾਲਸਾ ਜੀ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੋ, ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਈਏ। ਆਪਣੀ ਰਸਨਾ ਕਰੋ ਜੀ ਪਵਿੱਤਰ, ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਕੇਤਕ ਦਿਵਸ। ਕਵੀ ਸਾਹਿਬ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹਨ ਕਿ ਇਸੇ ਤਰ੍ਹਾਂ
ਕੁਝ ਕੁ ਦਿਨ ਜਿਹੜੇ ਹਨ ਬੀਤ ਗਏ ਤਿਸ ਥਾਨ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਇੱਥੇ ਖਡੂਰ ਸਾਹਿਬ ਹੀ ਸਤਿਗੁਰਾਂ ਇਉਂ ਕੌਤਕ ਕਰਦਿਆਂ ਕੁਝ ਸਮਾਂ ਬਤੀਤ ਕੀਤਾ ਹੈ। ਪ੍ਰਗਟ ਹੈ ਜਗ ਮਹਿ ਨਹਿ ਅਧਿਕ। ਤੇ ਜ਼ਿਆਦਾ ਪ੍ਰਗਟ ਨਹੀਂ ਹੁੰਦੇ, ਸੰਸਾਰ ਵਿੱਚ ਆਮ ਸਧਾਰਨ ਪ੍ਰਾਣੀ ਵਾਂਗੂ ਰਹਿੰਦੇ ਆ ਸੱਚੇ ਪਾਤਸ਼ਾਹ ਜੀ। ਬਹੁਤਾ ਆਪਦੀ ਪ੍ਰਸ਼ੰਸਾ ਜਾਂ ਕੋਈ ਬਾਹਲਾ ਸੰਸਾਰ ਦੇ ਵਿੱਚ ਰੁੱਝਦੇ ਨਹੀਂ, ਆਪਦਾ ਆਪ ਨਹੀਂ ਵਿਖਾਉਂਦੇ, ਛੁਪੇ ਰਹਿੰਦੇ ਹਨ। ਸ਼੍ਰੀ ਅੰਗਦ ਗੁਣ ਖਾਨ। ਜਿਹੜੇ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਬੜੇ ਗੁਣਾਂ ਦੀ ਖਾਨ ਹਨ। ਚੌਪਈ ਇੱਕ ਖਡੂਰ ਮਹਿਤ ਪਾ ਰਹਿਤ ਹੈ। ਤੋ ਕਵੀ ਸੰਤੋਖ ਸਿੰਘ ਜੀ ਕਹਿੰਦੇ ਖਡੂਰ ਸਾਹਿਬ ਦੀ ਇਸੇ ਧਰਤੀ ਉੱਪਰ ਇੱਕ ਬੜਾ ਹੰਕਾਰੀ ਤਪਾ ਆਪਦੇ ਆਪ ਨੂੰ ਕਹਾਉਂਦਾ ਤਪਾ ਰਹਿੰਦਾ ਹੈ। ਆਪਣੀ ਸਤਤ ਜੋ ਸਦਾ ਕਹਿਤ ਹੈ। ਤੇ ਆਪਦੀ ਸਿਫਤ ਤੋਂ ਤਪਾ ਆਪਦੇ ਮੂੰਹ ਹੀ ਕਰਦਾ ਰਹਿੰਦਾ ਸਾਰਾ ਦਿਨ ਵੀ ਮੈਂ ਐਸਾ ਹਾਂ, ਮੈਂ ਐਸਾ ਹਾਂ, ਆਪਦੀ ਮੂੰਹੋਂ ਸਿਫਤੀ ਕਰਦਾ ਰਹਿੰਦਾ ਹੈ। ਜੰਤਰ ਮੰਤਰ ਕਰਵੇ ਜਿਸ ਆਵੈ। ਉਹ ਤਾਂ ਕਵੀ ਜੀ ਕਹਿੰਦੇ ਉਦਾਂ ਇਹਨੂੰ ਜੰਤਰ ਮੰਤਰ ਕੋਈ ਧਾਗੇ ਤਵੀਤ ਕਰਨੇ ਵੀ ਇਹ ਤਪੇ ਨੂੰ ਆਉਂਦੇ ਸਨ। ਲੋਕਣ ਵਿਖੇ ਪਖੰਡ ਕਮਾਵੈ। ਤੇ ਲੋਕਾਂ ਦੇ ਵਿੱਚ ਪਖੰਡ ਬਥੇਰੇ, ਇਹ ਲਾਚੀਆਂ ਲੂਚੀਆਂ ਜਿਵੇਂ ਕਰਦੇ ਵਾ ਇਹੋ ਜਿਹੇ ਕੰਮ ਜਲ ਕਰਕੇ ਦੇਣੇ, ਧਾਗੇ ਤਵੀਤ ਕਰਕੇ ਦੇਣੇ, ਇਹੋ ਜਿਹੇ ਕੰਮ ਜਿਹੜਾ ਤਪਾ ਇਹ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਲੋਕਾਂ ਵਿੱਚ ਭਾਰੀ ਜਿਹੜਾ ਵਾ ਇਹਦਾ ਪ੍ਰਤਾਪ ਹੈ, ਬੜਾ ਪਖੰਡ ਕਮਾਉਂਦਾ ਹੈ। ਬਹੁਤੇ ਨਰ ਜਿਸ ਮਨ ਹੈ ਆਨ। ਤੇ ਬੜੇ ਹੀ ਜਿਹੜੇ ਲੋਕ ਖਡੂਰ ਸਾਹਿਬ ਦੇ ਕੁਝ ਪਾਸੇ ਆਸੇ ਦੇ ਪਿੰਡ ਵੀ ਇਹਦੀ ਬੜੀ ਆਣ ਮੰਨਦੇ ਸੀ, ਇਹਦਾ ਕਹਿਣਾ ਮੰਨਦੇ ਸੀ, ਇਹਨੂੰ ਬੜਾ ਪੂਜਦੇ ਸਨ। ਚਰਨ ਧਰਹਿ ਸਿਰ ਨਮੋ ਬਖਾਨ। ਤੇ ਇਹਦੇ ਚਰਨ ਸਿਰ ਤੇ ਰੱਖਦੇ ਸੀਗੇ, ਜਾਂ ਚਰਨਾਂ ਤੇ ਆਣ ਸਿਰ ਰੱਖਦੇ, ਮੱਥੇ ਟੇਕਦੇ ਤੇ ਇਸੇ ਤਰ੍ਹਾਂ ਇਹਨੂੰ ਨਮਸਕਾਰਾਂ ਕਰਦੇ ਸਨ। ਜਿਸ ਕੋ ਕਹਿਓ ਕਰਹਿ ਸਭ ਕੋਏ। ਤੇ ਇਹ ਤਾਪਾ ਐਸਾ ਸੀ, ਕਵੀ ਜੀ ਕਹਿੰਦੇ ਦਾ ਕੋਈ ਜਿਹੜੇ ਇਹਦੇ ਚੇਲੇ ਚਾਟੜੇ ਸੇਵਕ ਸਨ ਇਹਦੀ ਗੱਲ ਨਹੀਂ ਸੀ ਮੋੜਦੇ, ਜੋ ਵੀ ਇਹ ਕਹਿੰਦਾ ਸੀ ਉਹੀ ਕਰਦੇ ਸਨ। ਬਹੁਤ ਭਾਂਤ ਤਿਸ ਪੂਜਾ ਹੋਏ। ਬੜੇ ਪ੍ਰਕਾਰ ਦੇ ਨਾਲ ਖਡੂਰ ਦੀ ਧਰਤੀ ਤੇ ਤਪੇ ਦੀ ਪੂਜਾ ਹੁੰਦੀ, ਪਖੰਡੀ ਦੀ। ਖਹਿਰੇ ਜਾਟ ਖਡੂਰ ਮਝਾਰ। ਖਡੂਰ ਦੇ ਵਿੱਚ ਖਹਿਰੇ ਗੋਤ ਦੇ ਜੱਟ ਜਿਹੜੇ ਰਹਿੰਦੇ ਉਹ ਹੁਣ ਵੀ ਉਹਨਾਂ ਦੇ ਘਰ ਹਨ। ਖਹਿਰੇ ਜਿਹੜੇ ਜੱਟ ਉਹ ਖਡੂਰ ਦੀ ਧਰਤੀ ਤੇ ਰਹਿੰਦੇ ਸਨ। ਬਸਤ ਹੋਤੇ ਸਹਿ ਵੱਡ ਪਰਿਵਾਰ। ਤੇ ਉਹ ਘਰਾਣੇ ਵੀ ਤਗੜੇ ਸੀਗੇ ਤੇ ਆਪਦੇ ਵੱਡੇ ਵੱਡੇ ਪਰਿਵਾਰਾਂ ਦੇ ਨਾਲ ਇੱਥੇ ਖਡੂਰ ਸਾਹਿਬ ਰਹਿੰਦੇ ਹਨ। ਸਰਬਤ ਪੇ ਕੀ ਆਏ ਸਮਾਨ ਹੈ। ਇਹ ਜਿਹੜੇ ਸੀਰਾਂ ਖਹਿਰੇ ਜੱਟ ਜ਼ਿਮੀਂਦਾਰ ਖਹਿਰੇ ਗੋਤ ਦੇ, ਇਹ ਸਾਰੇ ਦੇ ਸਾਰੇ ਹੀ ਤਪੇ ਦੇ ਚੇਲੇ ਚਾਟੜੇ ਸੇਵਕ ਸਨ ਤੇ ਉਸੇ ਦੀ ਸਾਰੀ ਗੱਲ ਮੰਨਦੇ ਸੀ। ਅਨੇਕ ਉਪਾਇਨ ਦੇਵਨ ਠੰਨ ਹੈ। ਤੇ ਬੜੇ ਤਰ੍ਹਾਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਤੇ ਬੜੀਆਂ ਭੇਟਾਵਾਂ ਚੜਾਵਾ ਇਹ ਦਿੰਦੇ ਸੀ ਇਸ ਤਪੇ ਦੇ ਤਾਈਂ। ਦੁਗਧ ਦਧੀ ਕ੍ਰਿਤ ਅਰ ਮਿਸ਼ਟਾਨਾ। ਕਦੇ ਦਹੀਂ ਆਦਿਕ ਬਣਾਉਂਦੇ ਸੀ, ਕਿਤੇ ਘਿਓ ਪਾ ਪਾ ਮਿੱਠੇ ਪ੍ਰਸ਼ਾਦ ਬਣਾ ਤਪੇ ਨੂੰ ਖਵਾਉਂਦੇ। ਪਰਬਣ ਵਿਖੇ ਲਿਆਏ ਤਿਤਰ ਧਨ। ਤੇ ਇਸੇ ਤਰ੍ਹਾਂ ਫਿਰ ਧਨ ਧਾਨਾ ਇਹੋ ਜਿਹੇ ਸਾਨੇ ਜਿਹੜੇ ਖਡੂਰ ਦੇ ਜੱਟ ਸੀਗੇ। ਤੇ ਹੋਰ ਵੀ ਜਿਵੇਂ ਮੱਸਿਆ ਸੰਗਰਾਂਦ ਆਦਿਕ ਜਿਹੜੇ ਸੀਗੇ, 14 ਹੋਰ ਬੇਅੰਤ ਜਿਹੜੇ ਪੁਰਬ ਸੀ, ਉਹਦੇ ਪੁਰਬ ਦੇ ਦਿਨ ਫਿਰ ਤਪੇ ਦੇ ਕੋਲ ਜਾ ਕੇ ਮੱਥੇ ਟੇਕਦੇ ਖਹਿਰੇ ਜੱਟ ਤੇ ਨਾਲ ਨਾਲ ਉਹਨੂੰ ਬੜਾ ਚੜਾਵਾ ਚੜਾਉਂਦੇ, ਦੌਲਤ ਸ਼ੌਹਰਤ ਦਿੰਦੇ ਸਨ। ਤੇ ਢਿਗ ਅਰ ਪਹਿ ਬਿਨਾ ਬਖਾਨ ਹੈ। ਤੇ ਫਿਰ ਉਹਦੇ ਕੋਲ ਜਾਂਦੇ ਤੇ ਨਾਲ ਹੱਥ ਜੋੜ ਜੋੜ ਬੇਨਤੀਆਂ ਕਰਦੇ ਤਪੇ ਤਾਈਂ। ਇਤਿਆਦਿਕ ਪ੍ਰਿਯ ਵਸਤੂ ਅੰਨ ਹੈ। ਤੇ ਹੋਰ ਵੀ ਜਿਹੜੀਆਂ ਪਿਆਰੀਆਂ ਕੋ ਵਸਤੂਆਂ ਸਨ ਤਪੇ ਨੂੰ ਚੰਗੀਆਂ ਲੱਗਦੀਆਂ ਜਾਂ ਆਪ ਨੂੰ ਚੰਗੀਆਂ ਲੱਗਦੀਆਂ, ਉਹ ਇਹ ਖਹਿਰੇ ਜ਼ਿਮੀਂਦਾਰ ਜਿਹੜੇ ਸੀ ਤਪੇ ਤਾਈਂ ਜਾ ਚੜਾਉਂਦੇ ਸੀ। ਤਿਸ ਤੇ ਡਰਹਿ ਗ੍ਰਾਮ ਨਰ ਸਾਰੇ। ਤੇ ਇਹ ਤਪੇ ਤੋਂ ਸਾਰਾ ਹੀ ਨਗਰ ਡਰ ਕੇ ਰਹਿੰਦਾ ਸੀ ਇਸ ਦੇ ਪ੍ਰਤਾਪ ਤੋਂ। ਨਹਿਰ ਸਤਾਰ ਕੁਬਾਕ ਉਚਾਰੇ। ਇਹ ਮਨੌਤ ਸੀ ਵੀ ਤਪੇ ਦੇ ਮੂੰਹ ਨਿਕਲੀ ਗੱਲ ਪੂਰੀ ਹੋ ਜਾਂਦੀ ਹੈ ਤੇ ਕੋਈ ਵੀ ਇਹ ਤਪੇ ਦੇ ਅੱਗੇ ਨਹੀਂ ਸੀ ਬੋਲਦਾ, ਕਿਉਂਕਿ ਡਰਦੇ ਸੀ ਵੀ ਕਿਤੇ ਤਪਾ ਜੀ ਨੂੰ ਕ੍ਰੋਧ ਆ ਗਿਆ ਤੇ ਕਿਤੇ ਮੁਖੋਂ ਕੋਈ ਐਸਾ ਬਚਨ ਨਾ ਕਰ ਦੇਣ ਜਿਹਦੇ ਨਾਲ ਦੁਰਗਤੀ ਹੋਵੇ। ਕਹੈ ਸਮਾਨ ਹੈ ਨਰ ਗ੍ਰਾਮੀਨ। ਤੇ ਪਿੰਡ ਦੇ ਸਾਰੇ ਲੋਕ, ਹੋਰ ਲਾਗੇ ਦੇ ਪਿੰਡਾਂ ਦੇ ਲੋਕ ਵੀ ਇਸ ਤਪੇ ਦਾ ਕਹਿਣਾ ਮੰਨਦੇ ਹਨ। ਜੋ ਸੰਤਨ ਕੋ ਸਖੈ ਨ ਚੀਨ। ਤੇ ਉਸ ਤਰ੍ਹਾਂ ਜਿਹੜਾ ਇਹ ਹੈ ਨਾ ਤਪਾ, ਇਹ ਸੰਤਾਂ ਨੂੰ ਵੇਖ ਨਹੀਂ ਸੀ ਸਿਖਾਉਂਦਾ। ਭਾਵ ਕਿ ਜਿਹੜੇ ਕੋਈ ਚੰਗੇ ਭਲੇ ਪੁਰਸ਼ ਸਨ ਉਹਨਾਂ ਨੂੰ ਵੇਖ ਕੇ ਤੇ ਬੜਾ ਜਿਹੜਾ ਵਾ ਉਹ ਇਹਨੂੰ ਸਣ ਕੱਪੜੀ ਅੱਗ ਲੱਗ ਜਾਂਦੀ ਸੀ। ਜਾਂ ਕਹਿ ਲਓ ਜਿਹੜੇ ਇਹ ਮੂਰਖ ਲੋਕ ਪਿੰਡਾਂ ਦੇ,
ਇਹ ਪਖੰਡ ਨੂੰ ਪੂਜਦੇ ਸੀ ਤੇ ਇਹ ਨਹੀਂ ਜਾਣਦੇ ਸੀ ਵੀ ਤਪਾ ਅਸਲੀ ਸੰਤ ਹੈ ਕਿ ਕੋਈ ਪਖੰਡੀ ਬੂਬਣਾ ਹੈ। ਇਹ ਨਹੀਂ ਜਾਣਦੇ ਸਨ। ਪ੍ਰਿਆ ਤਿਸ ਕਾਚ ਨਿਸ ਬਾਸਰ ਕਰਹੀ। ਤੇ ਇਹ ਬਸ ਉਹਨੂੰ ਤਪੇ ਦਾ ਮੋਹ ਤੇ ਪ੍ਰੇਮ ਕਰਦੇ ਸੀ ਦਿਨ ਰਾਤ, ਜਿੰਨੇ ਸਾਰੇ ਇਹਦੇ ਚੇਲੇ ਸੇਵਕ ਸਨ। ਤੇ ਧਨ ਧਾਨ ਸੁਬਿਨੈ ਉਚਰਹੀ। ਤੇ ਆਪਦੇ ਘਰਾਂ ਚੋਂ ਪੈਸੇ ਲਿਆ ਕੇ ਤਪੇ ਦੇ ਪੈਰੀ ਮੱਥਾ ਟੇਕਦੇ ਤੇ ਨਾਲੇ ਬੇਨਤੀਆਂ ਕਰਦੇ ਵੀ ਸਾਡੇ ਤੇ ਮਿਹਰ ਰੱਖਣੀ ਤਪਾ ਜੀ, ਸਾਡੇ ਘਰ ਤੇ ਸੁਖ ਸ਼ਾਂਤੀ ਬਣਾ ਕੇ ਰੱਖਣਾ। ਤਹਾਂ ਬਾਸ ਗੁਰ ਅੰਗਦ ਕੇਰਾ। ਤੇ ਕਵੀ ਜੀ ਕਹਿੰਦੇ ਉਹੀ ਖਡੂਰ ਸਾਹਿਬ ਦੇ ਵਿੱਚ ਇੱਕ ਪਾਸੇ ਤਪਾ ਰਹਿੰਦਾ ਤੇ ਨਗਰ ਦੇ ਵਿੱਚ ਹੀ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜੀਆਂ ਦਾ ਘਰ ਹੈ, ਵਸਦੇ ਹਨ। ਨਹੀਂ ਮਹਾਤਮ ਲਖ ਹੈ ਕਨੇਰਾ। ਪਰ ਇਹ ਤਪਾ ਵੀ ਨਹੀਂ ਜਾਣਦਾ ਤੇ ਨਾ ਹੀ ਜਿਹੜੇ ਉਹ ਤਪੇ ਦੇ ਸੇਵਕ ਖਹਿਰੇ ਪਰਿਵਾਰ ਜਿਹੜੇ ਜ਼ਿਮੀਂਦਾਰਾਂ ਦੇ, ਉਹ ਵੀ ਨਹੀਂ ਜਾਣਦੇ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਮਹਿਮਾ ਨੂੰ। ਕਬਹਿ ਨ ਜਾਏ ਨਿਵਾਵਹਿ ਸੀਸ। ਇਹ ਖਹਿਰੇ ਜਿਹੜੇ ਨਾ ਜ਼ਿਮੀਂਦਾਰ ਜਾਂ ਜਿਹੜੇ ਵੀ ਤਪੇ ਕੋਲ ਜਾਂਦੇ ਆ, ਉਹ ਜਾ ਕੇ ਗੁਰੂ ਅੰਗਦ ਪਾਤਸ਼ਾਹ ਦੇ ਨਾਂ ਤਾਂ ਦਰ ਤੇ ਜਾਂਦੇ ਕਦੇ, ਤੇ ਨਾ ਹੀ ਉੱਥੇ ਜਾ ਕੇ ਕਦੇ ਸ਼ੀਸ਼ ਨਵਾਉਂਦੇ ਹਨ। ਨਹਿ ਮੰਨਹਿ ਇਹ ਸਭ ਜਗਦੀਸ਼। ਤੇ ਉਹ ਨਹੀਂ ਮੰਨਦੇ ਵੀ ਇਹ ਪਰਮੇਸ਼ਰ ਦਾ ਸਰੂਪ ਹਨ। ਕਿਉਂ? ਜਿਹੜੇ ਨੇ ਕਦੇ ਗੁਰੂ ਘਰ ਨਹੀਂ ਆਉਣਾ, ਸੰਗਤ ਵਿੱਚ ਬਹਿਣਾ ਨਹੀਂ, ਉਹਨੂੰ ਕੀ ਪਤਾ ਵੀ ਗੁਰੂ ਘਰ ਦਾ ਜਿਹੜਾ ਵਾ ਆਸ਼ਾ ਕੀ, ਸਿਧਾਂਤ ਕੀ ਹੈ, ਪ੍ਰਤਾਪ ਕੀ ਹੈ। ਇਹੋ ਜਿਹੇ ਲੋਕ ਨੇ ਜਿਹੜੇ ਉਹ ਪਖੰਡੀ ਕੋਲ ਜਾਂਦੇ ਆ, ਗੁਰੂ ਘਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪਾਸ ਆਉਂਦੇ ਨਹੀਂ ਹਨ। ਅਪਰ ਲੋਕ ਜਿਮ ਬਾਸਹਿ ਗ੍ਰਾਮ। ਤੇ ਉਹ ਸੋਚਦੇ ਆ ਵੀ ਜਿਵੇਂ ਦੂਜੇ ਲੋਕ ਰਹਿ ਰਹੇ ਆ ਪਿੰਡ ਦੇ ਇੱਥੇ ਖਡੂਰ ਸਾਹਿਬ ਦੇ, ਤਿਉ ਜਾਣਹਿ ਇਹ ਭੀ ਰਹਿ ਧਾਮ। ਉਵੇਂ ਜਾਣਦੇ ਆ ਵੀ ਇਹ ਗੁਰੂ ਅੰਗਦ ਪਾਤਸ਼ਾਹ ਵੀ ਇਸੇ ਪਿੰਡ ਵਿੱਚ ਰਹਿ ਰਹੇ ਆ, ਜਿਵੇਂ ਦੂਜੇ ਲੋਕ ਰਹਿੰਦੇ ਪਿੰਡ ਦੇ ਵਿੱਚ, ਉਵੇਂ ਇਹ ਸ਼੍ਰੀ ਅੰਗਦ ਪਾਤਸ਼ਾਹ ਜੀ ਘਰ ਬਣਾ ਕੇ ਰਹਿ ਰਹੇ ਆ, ਆਮ ਲੋਕਾਂ ਵਾਂਗੂ ਜਾਣਦੇ ਆ। ਸਤ ਸੰਗੀ ਜਿਨ ਮਹਿ ਨਹਿ ਕੇਈ। ਇਹਨਾਂ ਚੋਂ ਕੋਈ ਵੀ ਸਤ ਸੰਗੀ ਫਿਰ ਨਹੀਂ ਹੈ ਵੀ ਇੱਥੇ ਗੁਰੂ ਅੰਗਦ ਪਾਤਸ਼ਾਹ ਦੇ ਪਾਸ ਸਿੱਖਾਂ ਦੇ ਨਾਲ ਮਿਲ ਵਰਤਣ ਨਹੀਂ, ਇਹ ਪਿੰਡ ਦੇ ਕੁਝ ਲੋਕਾਂ ਦਾ। ਕਿਵੇਂ ਪ੍ਰਭਾਵ ਕੋ ਜਾਣਹਿ ਸੋਈ। ਤੇ ਫਿਰ ਕਵੀ ਜੀ ਕਹਿੰਦੇ ਕਿਵੇਂ ਜਾਣ ਸਕਦੇ ਹਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਕੀ ਹਨ, ਜਦੋਂ ਕਦੇ ਮੱਥਾ ਨਾ ਟੇਕਣਾ, ਕਦੇ ਸੰਗਤ ਨਾ ਕਰਨੀ, ਫਿਰ ਕਿਵੇਂ ਪਤਾ ਲੱਗੇਗਾ ਇਹਨਾਂ ਨੂੰ। ਇਹ ਨਹੀਂ ਜਾਣਦੇ ਮਹਾਰਾਜ ਦੀ ਮਹਿਮਾ ਨੂੰ। ਕੇਤਕ ਸਮਾਂ ਬਤੀਤਨ ਭਇਓ। ਕੁਝ ਕੁ ਸਮਾਂ ਇਸੇ ਤਰ੍ਹਾਂ ਜਦ ਬਤੀਤ ਹੋਇਆ ਹੈ, ਬਰਖਾ ਬਿਨਾ ਸਮੈ ਤਬ ਹੋਇਓ। ਤੇ ਕੁਝ ਕੁ ਮਹੀਨੇ ਲੰਘ ਗਏ, ਮੀਂਹ ਨਾ ਪਿਆ ਇਸ ਖਡੂਰ ਸਾਹਿਬ ਦੇ ਲਾਗੇ ਲਾਗੇ ਪਿੰਡਾਂ ਵਿੱਚ। ਮਾਸ ਭਾਦਰ ਪਦ ਆਉੜ ਲੱਗੀ ਆਸ। ਤੇ ਕਹਿ ਲੋ ਖੇਤੀ ਬੀਜੀ ਸੀ ਜਦੋਂ, ਉਦੋਂ ਮੀਂਹ ਪੈ ਗਿਆ, ਜਿਵੇਂ ਜੇਠ ਵਿਸਾਖ ਵਿੱਚ ਪੈ ਜਾਵੇ। ਉਸ ਤੋਂ ਬਾਅਦ ਮੀਂਹ ਨਾ ਪਿਆ ਤੇ 2-3 ਮਹੀਨੇ ਲੰਘ ਗਏ ਤੇ ਭਾਦਰੋਂ ਦਾ ਮਹੀਨਾ ਆ ਚੜਿਆ ਹੈ। ਸਭ ਹੀ ਸ਼ੁਸ਼ਕ ਹੋ ਗਈ ਵੱਡ ਸੱਸ। ਤੇ ਜਿਹੜੀ ਇਹਨਾਂ ਬੀਜ ਤਾਂ ਲਈ ਜੱਟਾਂ ਜ਼ਿਮੀਂਦਾਰਾਂ ਨੇ ਖੇਤੀ, ਉਹ ਮੀਂਹ ਪਏ ਤੇ ਬਾਅਦ ਵਿੱਚ ਕੋਈ 3 ਮਹੀਨੇ ਮੀਂਹ ਨਾ ਪਿਆ, ਜਿੰਨੀ ਖੇਤੀ ਹਰੀ ਭਰੀ ਸਾਰੀ ਸੁੱਕਣੀ ਸ਼ੁਰੂ ਹੋ ਗਈ ਹੈ। ਪੂਰਬ ਜਹਾਂ ਪਿਖਤ ਹਿਰਿਆਈ। ਜਿੱਥੇ ਪਹਿਲਾਂ ਕਵੀ ਜੀ ਕਹਿੰਦੇ ਖੇਤਾਂ ਵਿੱਚ ਹਰੇ ਵਾਈ ਦਿਸਦੀ ਸੀ, ਬਿਨ ਪਾਕੇ ਫਿਰ ਗੀ ਜਲਦਾਈ। ਪੱਕੇ ਤੋਂ ਬਿਨਾਂ ਹੀ ਉਹ ਪੀਲੀ ਪੀਲੀ ਜਿਹੜੀ ਵਾ ਨਾ ਫਸਲ ਸੁੱਕ ਕੇ ਭਾ ਮਾਰਨ ਲੱਗ ਪਈ ਹੈ। ਹਵੈ ਨਹਿ ਅੰਨ ਤਰਸੇ ਗ੍ਰਾਮੀਨ। ਤੇ ਅੰਨ ਹੁਣ ਕਾਹਦਾ ਹੋਣਾ ਫਿਰ? ਉਹ ਜਿਹੜੇ ਵਾ ਲੋਕ ਪਿੰਡ ਦੇ ਉਹ ਡਰਦੇ ਆ ਵੀ ਹੁਣ ਜੇ ਖੇਤੀ ਸੁੱਕ ਗਈ ਤੇ ਅੰਨ ਨਹੀਂ ਕੋਈ ਪ੍ਰਾਪਤ, ਅਨਾਜ ਨਹੀਂ ਪ੍ਰਾਪਤ ਹੋਵੇਗਾ। ਹਮਰੇ ਤਾਂ ਜੀਵਨ ਇਹੋ ਚੀਨ। ਤੇ ਸਾਡਾ ਤਾਂ ਜਿਉਣਾ ਆ, ਜ਼ਿਮੀਂਦਾਰਾਂ ਦਾ ਜਿਉਣਾ ਖਾਲਸਾ ਜੀ ਅੰਨ ਝਾੜਨ ਵਾਲੀ ਆ। ਉਹ ਕਹਿੰਦੇ ਭਾਈ ਸਾਡਾ ਤਾਂ ਜਿਉਣਾ ਫਿਰ ਇਹ ਅੰਨ ਦੇ ਸਿਰ ਤੇ ਹੀ ਆ, ਜੇ ਅਨਾਜ ਨਾ ਪੈਦਾ ਹੋਇਆ ਤੇ ਬੁਰੀ ਹੋਵੇਗੀ। ਬਿਨਾ ਅੰਨ ਤੇ ਬਹੁ ਦੁਖ ਪਾਏ। ਅੰਨ ਤੋਂ ਬਿਨਾ ਬੜਾ ਦੁੱਖ ਪ੍ਰਾਪਤ ਹੋਵੇਗਾ ਜੇ ਫਸਲ ਨਾ ਹੋਈ ਐਸ ਵਾਰ। ਸਕਲ ਕੁਟੰਬ ਕਹੋ ਕਿਆ ਖਾਏ। ਦੱਸੋ ਫਿਰ ਸਾਡਾ ਸਾਰੇ ਦਾ ਸਾਰਾ ਟੱਬਰ ਕੀ ਖਾਵੇਗਾ ਅੰਨ ਜਦੋਂ ਹੋਇਆ ਨਾ। ਤਨ ਧਨ ਤੇ ਅਰ ਪਸ਼ੂਨ ਸੰਗ। ਤੇ ਸਰੀਰ ਵੀ ਰਹਿ ਜਾਣੇ ਵੈ, ਪਸ਼ੂ ਵਿਚਾਰੇ ਕੀ ਕਰਨਗੇ? ਉਹ ਤੂੜੀ ਫਕਾਦਕ ਜਾਂ ਹੋਰ ਕਿੱਥੋਂ ਖਾਣਗੇ ਚਾਰਾ ਆਦਿਕ। ਜੋ ਹਮ ਪਾਲਣ ਕਰੀ ਅਪੰਗ। ਤੇ ਜਿਹੜੇ ਅਸੀਂ ਪਾਲਣੇ ਕੀਤੇ ਆ ਮਸਾਂ ਪਾਲ ਪਾਲ ਕੇ, ਜਿਹੜੇ ਪਸ਼ੂ ਮਈਆਂ ਆਦਿਕ ਵੱਡੇ ਕੀਤੇ ਹਨ। ਜੇ ਬਰਖਾ ਅਬ ਹੋਵਹਿ ਨਾਹੀ। ਜੇ ਕਿਤੇ ਹੁਣੇ ਮੀਂਹ ਨਾ ਪਿਆ, ਭਾਦਰੋਂ ਦਾ ਮਹੀਨਾ ਵੀ ਲੰਘ ਗਿਆ, ਨਿਜ ਪਰਿਵਾਰਕ ਤੋਂ ਨਿਰਬਾਹੀ। ਤੇ ਸਾਡੇ ਪਰਿਵਾਰ ਕਿੱਥੋਂ ਖਾਣਗੇ? ਇਹਨਾਂ ਦਾ ਨਿਰਬਾਹ ਖਾਣ ਪੀਣ ਕਿਵੇਂ ਗੁਜ਼ਰੇਗਾ? ਬਿਨ ਪਾਕੇ ਹੋਏ ਜਾਏ ਬਿਨਾਸ਼। ਇਹ ਸਾਡੀ ਖੇਤੀ ਜਿਹੜੀ ਹੈ ਤਾਂ ਪੱਕੇ
ਪੱਕੇ ਤੋਂ ਬਿਨਾਂ ਹੀ ਸੋਕੇ ਦੇ ਨਾਲ ਸੜ ਬਲ ਜਾਵੇਗੀ, ਖਤਮ ਹੋ ਜਾਵੇਗੀ। ਕਹਾਂ ਅੰਨ ਕੀ ਪੂਜਹਿ ਆਸ, ਸਾਡੀ ਅੰਨ ਦੀ ਜਿਹੜੀ ਇੱਛਾ ਹੈ ਲਾਈ ਹੁੰਦੀ ਆ ਵੀ ਇੰਨੀ ਝੜ ਜਾਵੇਗੀ, ਕਹਿੰਦੇ ਨਹੀਂ ਫਿਰ ਪੂਰੀ ਹੋਣੀ। ਜੇ ਮੀਂਹ ਨਾ ਪਿਆ ਤੇ ਅੰਨ ਦੀ ਸਾਡੀ ਆਸ ਨਹੀਂ ਪੂਰੀ ਹੋਵੇਗੀ, ਨਹੀਂ ਪ੍ਰਾਪਤ ਹੋਵੇਗਾ। ਹਮਰੇ ਨਿਕਟ ਦਰਬ ਕਛ ਨਾਹੀ, ਤੇ ਬਾਕੀ ਸਾਡੇ ਕੋਲ ਫਿਰ ਧਨ ਪਿਛਲਾ ਵੀ ਕੁਛ ਨਹੀਂ, ਤੇ ਜੇ ਫਸਲ ਨਾ ਹੋਈ ਤੇ ਪੈਸਾ ਕੋਈ ਹੱਥ ਵਿੱਚ ਆਉਣਾ ਨਹੀਂ। ਜਿਸ ਕੋ ਖਰਚ ਮੁੱਲ ਲੈ ਖਾਹੀ, ਤੇ ਨਾ ਹੀ ਸਾਡੇ ਕੋਲ ਪਿੱਛੇ ਕੋਈ ਪੈਸੇ ਹਨ ਜ਼ਿਮੀਂਦਾਰਾਂ ਦੇ ਕੋਲ, ਵੀ ਜੇ ਉਹਨਾਂ ਪੈਸਿਆਂ ਦਾ ਲੈ ਕੇ ਅਗਾਂਹ ਕੋਈ ਸਾਲ 6 ਮਹੀਨੇ ਟਪਾ ਲਈਏ। ਇਤਿਆਦਿਕ ਚਿੰਤਾ ਗਲਤਾਨੇ, ਇਸ ਤੋਂ ਬਾਅਦ ਬੜੀ ਚਿੰਤਾ ਵਿੱਚ ਇਹ ਖਹਿਰੇ ਜੱਟ ਤੇ ਹੋਰ ਖਡੂਰ ਸਾਹਿਬ ਦੇ ਲੋਕ ਵਿਚਾਰੇ ਵੀ ਨਾ ਪੈਣ ਕਰਕੇ ਚਿੰਤਾ ਦੇ ਗ੍ਰਸੇ ਹੋਏ ਐ। ਆਪਸ ਵਿਖੇ ਮਿਲੇ ਇੱਕ ਥਾਨੇ, ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋਏ ਹਨ। ਇਹ ਜਿਵੇਂ ਸੱਥ ਆਦਿਕ ਵਿੱਚ ਸਾਰਾ ਪਿੰਡ ਇਕੱਠਾ ਹੋਇਆ। ਕਹਿਤ ਭਏ ਜੋ ਵੱਡੇ ਕਹਾਵੈ, ਜਿਹੜੇ ਕੋਈ ਸਿਆਣੇ ਨੇ ਨਾ ਇਹਨਾਂ ਦੇ ਵਿੱਚੋਂ, ਉਹ ਆਪ ਜਾਂ ਜਿਹੜੇ ਤਗੜੇ ਘਰ ਘਰਾਣੇ ਆ ਉਹ ਕਹਿੰਦੇ ਹਨ, ਪੁੱਛਾ ਪੰਧਾ ਜੇ ਕਨ ਆਵੈ, ਤੇ ਉਹ ਕਹਿੰਦੇ ਆ ਕਿ ਕੋਈ ਪੁੱਛੋ ਪੰਧ ਤੋਂ ਪੱਤਰੀ ਆਦਿਕ ਕਢਾਓ। ਸਿਆਣੇ ਬਜ਼ੁਰਗ ਕਹਿੰਦੇ ਆ ਕਿ ਪੱਤਰੀ ਆਦਿਕ ਕਢਾਓ ਵੀ ਕੀ ਦਸ਼ਾ ਹੈ ਅਗਲੀ, ਤੇ ਕਦੋਂ ਮੀਂਹ ਆਵੇਗਾ, ਕਦੋਂ ਮੀਂਹ ਵਰਸੇਗਾ। ਕਰਹਿ ਸਕਲ ਕਹੈ ਜੋ ਸੋਏ, ਤੇ ਜੇ ਕੋਈ ਉਹ ਨਾ ਮੀਂਹ ਪੈਂਦਾ, ਜੇ ਕੋਈ ਯੱਗ ਆਦਿਕ ਉਪਾਅ ਵੀ ਆਖੇਗਾ, ਕੋਈ ਪੰਧਾ ਪੱਤਰੀ ਕੱਢ ਕੇ ਤੇ ਆਪਾਂ ਰਲ ਕੇ ਪਿੰਡ ਸਾਰਾ ਕਰ ਲਵਾਂਗੇ। ਜਿਵੇਂ ਖੇਤੀ ਹਰਿਆਵਲ ਹੋਏ, ਕੋਈ ਕਰਾਂਗੇ ਉਪਾਅ ਨਾ ਆਪਾਂ ਰਲ ਕੇ ਵੀ ਜੋ ਮੀਂਹ ਪੈ ਜੇ ਤੇ ਖੇਤੀ ਸੁੱਕੀ ਹਰੀ ਹੋ ਜਾਵੇ। ਸੁਣਤ ਏਕ ਤੇ ਉਸਰ ਕਹੈ, ਹਾਂ ਇਸ ਤਰ੍ਹਾਂ ਸੁਣ ਕੇ ਨਾ ਇੱਕ ਤੋਂ ਦੂਸਰਾ ਫਿਰ ਬੋਲਿਆ ਹੈ। ਹਮਰੋ ਗੁਰੂ ਤਪਾ ਜੋ ਅਹੈ, ਉਹ ਕੋਈ ਤਪੇ ਕੋਲ ਜਾਂਦਾ ਸੀਗਾ, ਉਹ ਬੋਲਿਆ ਸੱਥ ਵਿੱਚ ਪੰਚਾਇਤ ਨੂੰ, ਕਹਿੰਦਾ ਹੈ ਜੀ ਸਾਡਾ ਗੁਰੂ ਹੈ ਕਿ ਜਿਹੜਾ ਤਪਾ ਹੈ ਬੜਾ ਭਾਰੀ। ਕਰਾਮਾਤ ਯੁਤ ਮੈਂ ਹਾਂ ਭਾਖਤ, ਤੇ ਉਹ ਮੂੰਹ ਕਹਿੰਦਾ ਰਹਿੰਦਾ ਵੀ ਮੇਰੇ ਵਿੱਚ ਬੜੀ ਸ਼ਕਤੀ ਹੈ, ਮੈਂ ਬਹੁਤ ਕਰਾਮਾਤ ਵਾਲਾ ਹਾਂ। ਸਭ ਤੇ ਵੱਡਾ ਤੇਜ ਜੋ ਰਾਖਤ, ਤੇ ਉਹ ਸਾਡਾ ਗੁਰੂ ਤਪਾ ਜਿਹੜਾ ਸਾਰਿਆਂ ਤੋਂ ਵੱਡਾ ਉਹਦਾ ਤੇਜ ਪ੍ਰਤਾਪ ਰੱਖਦਾ, ਕਹਿੰਦਾ ਮੈਂ ਬਹੁਤ ਬਲ ਵਾਲਾ, ਸ਼ਕਤੀ ਵਾਲਾ, ਜੋ ਚਾਹਾਂ ਮੈਂ ਮਿੰਟੋ ਮਿੰਟ ਵੀ ਕਰਵਾ ਸਕਦਾ ਹਾਂ। ਜੋ ਸਮੁਦਾਇ ਵਿਘਨ ਕਦੈ ਟਾਰੀ, ਉਹ ਜਿਹੜਾ ਨਾ ਤਪਾ ਗੁਰੂ ਸਾਡਾ, ਉਹ ਸਾਰਿਆਂ ਵਿਘਨਾਂ ਦੁੱਖਾਂ ਨੂੰ ਟਾਲ ਦਿੰਦਾ, ਸਭ ਕੰਮ ਕਰਨ ਵਾਲਾ, ਉਹ ਸਾਰੇ ਕਰਾਮਾਤ ਦਾ ਮਾਲਕ ਹੈ। ਹਮਰੀ ਤ੍ਰਿਯ ਲੈ ਜਾਵਹਿ ਬਾਲਿਕ, ਤੇ ਸਾਡੇ ਜਿਹੜੀਆਂ ਘਰ ਵਾਲੀਆਂ ਜਾਂ ਇਸਤਰੀਆਂ ਸਾਡੇ ਘਰ ਦੀਆਂ, ਉਹ ਉੱਥੇ ਆਪਣੇ ਛੋਟੇ ਬੱਚਿਆਂ ਨੂੰ ਸਾਡਿਆਂ ਨੂੰ ਲੈ ਲੈ ਕੇ ਉਹਦੇ ਡੇਰੇ ਤੇ ਜਾਂਦੀਆਂ ਹਨ। ਮੰਤਰਣ ਤੇ ਦੁਖ ਦਾਰਿਦ ਟਾਲਿਕ, ਉਹ ਥੋੜੇ ਥੋੜੇ ਪਾਉਣੇ ਜਾਣਦਾ, ਕੁਝ ਮੰਤਰ ਮੁੰਤਰ ਵੀ ਪੜ੍ਹ ਦਿੰਦਾ। ਉਹ ਕਹਿੰਦਾ ਸਾਡੀਆਂ ਜਿਹੜੀਆਂ ਇਸਤਰੀਆਂ ਉਹ ਲੈ ਕੇ ਬੱਚੇ ਜਾਂਦੀਆਂ, ਉਹ ਕੋ ਹਥੌਲੇ ਪਵਾ ਲਿਆਉਂਦੀਆਂ ਜਾਂ ਕੋ ਮੰਤਰੋ ਪੀੜੇ ਕਰਦੇ ਨੇ, ਧਾਗੇ ਲਾਚੀਆਂ ਜਲ ਬਣਾ ਦੇਣਾ, ਇਹੋ ਜਿਹੇ ਕਰਨੇ ਤਪਾ ਉਹ ਜਾਣਦਾ। ਤੇ ਉਹ ਜੱਟ ਕਹਿੰਦਾ ਵੀ ਸਾਡਾ ਪਰਿਵਾਰ ਜਾਂਦਾ ਉੱਥੇ, ਉਥੋਂ ਬੱਚਿਆਂ ਨੂੰ ਥੌਲੇ ਆਦਿਕ ਪਵਾ ਕੇ ਲੈ ਕੇ ਆਉਂਦਾ ਹੈ। ਸੰਕਟ ਅਪਰ ਅਨੇਕ ਨਿਵਾਰ ਹੈ, ਹੋਰ ਵੀ ਜੇ ਕੋਈ ਸੰਕਟ ਪੈ ਜਾਵੇ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਸ਼ਕਤੀ ਦੇ ਨਾਲ ਉਹ ਤਪਾ ਸਾਡੇ ਪਰਿਵਾਰਾਂ ਤੋਂ ਦੂਰ ਕਰ ਦਿੰਦਾ ਹੈ। ਸ਼ਕਤਵੰਤ ਹੈ ਸੁਖ ਦਾਤਾਰ ਹੈ, ਬੜੀ ਸ਼ਕਤੀ ਵਾਲਾ ਹੈ ਜੀ ਤਪਾ, ਤੇ ਸੁਖ ਸਾਰੇ ਦਿੰਦਾ, ਬੜੇ ਸੁਖ ਪ੍ਰਾਪਤ ਹੁੰਦੇ ਹਨ ਉਸ ਪਾਸ ਜਾਈਏ। ਤਿਸ ਟਿਗ ਮਿਲ ਕਰ ਚੱਲਹਾਂ ਸਾਰੇ, ਤੇ ਕਿਉਂ ਨਾ ਆਪਾਂ ਸਾਰਾ ਪਿੰਡ ਰਲ ਕੇ ਤੇ ਉਹ ਤਪੇ ਦੇ ਪਾਸ ਚੱਲੀਏ। ਕਾਛ ਮਿਸ਼ਟਾਨ ਲੈ ਤਰਹ ਅਗਾਰੇ, ਤੇ ਕੁਝ ਨਾ ਕੁਝ ਮਿੱਠਾ ਲੈ ਜਾਂਦੇ ਆ ਮੱਥੇ ਲੱਗਣ ਵਾਸਤੇ, ਕੋਈ ਮਠਿਆਈ ਆਦਿਕ ਉਹਦੇ ਅੱਗੇ ਜਾ ਰੱਖੀਏ, ਮਿੱਠਾ ਪ੍ਰਸ਼ਾਦ। ਕਰਹਿ ਬੇਨਤੀ ਪਰ ਕੈ ਪਾਏ, ਤੇ ਉਹ ਤਪੇ ਦੇ ਪੈਰੀਂ ਪਈਏ ਆਪਾਂ ਸਾਰਾ ਪਿੰਡ, ਤੇ ਜਾ ਕੇ ਬੇਨਤੀ ਕਰੀਏ। ਤਿਸ ਤੇ ਜਾਚਾ ਬਰਖਾ ਆਏ, ਤੇ ਉਹਦੇ ਕੋਲ ਆਪਾਂ ਜਾ ਕੇ ਤੇ ਮੰਗੀਏ ਵੀ ਸਾਨੂੰ ਮੀਂਹ ਪਵਾ ਕੇ ਦੇ, ਵੀ ਉਹਦੀ ਤਰਲਾ ਕਰੀਏ ਤਾਂ ਕਿ ਤਪਾ ਆਪਾਂ ਨੂੰ ਮੀਂਹ ਪਵਾ ਦੇਵੇਗਾ। ਆਸ ਮਸਰਤ ਕਰ ਬ੍ਰਿਧ ਸਭ ਲੀਨ, ਇਹਨਾਂ ਸਾਰਿਆਂ ਨੇ ਉਹ ਸਰਬਸੰਮਤੀ ਕੀਤੀ ਆ, ਬਚਨ ਸਾਰਾ ਮਤਾ ਸਲਾਹ ਕੀਤੀ, ਤੇ ਇਸੇ ਪ੍ਰਕਾਰ ਗਏ ਤਪੇ ਢਿਗ ਚਿੰਤਾ ਕੀਨੇ, ਜਿਹੜੇ ਸਿਆਣੇ ਬਜ਼ੁਰਗ ਨੇ ਉਹ ਸਾਰੇ ਗਏ ਆ ਤੇ ਤਪੇ ਦੇ ਪਾਸ ਜਾ ਕੇ ਇਹਨਾਂ ਨੇ ਚਿੰਤਾ ਕੀਤੀ ਆ ਵੀ ਸਾਨੂੰ ਆ ਬਿਪਤਾ ਆਣ ਬਣੀ ਹੈ।